ਇਹ ਕੈਟਾਗਰੀ ਦਾ ਗੈਂਗਸਟਰ ਜੈਪਾਲ ਭੁੱਲਰ ਨੂੰ ਐਨਕਾਊਂਟਰ ਕੀਤਾ ਗਿਆ ਹੈ ਕਲਕੱਤਾ ਦੇ ਵਿੱਚ। ਆਪਰੇਸ਼ਨ ਜੈਕ ਦੇ ਰਾਹੀਂ ਜਿਹੜਾ ਹੈਗਾ ਪੁਲਿਸ ਵੱਲੋਂ ਜਿਹੜਾ ਹੈਗਾ ਕਲਕੱਤਾ ਦੀ STF ਦੇ ਨਾਲ ਮਦਦ ਦੇ ਨਾਲ ਇਹ ਐਨਕਾਊਂਟਰ ਹੋਏਗਾ। ਇਸ ਆਪਰੇਸ਼ਨ ਨੂੰ ਕਿਸ ਤਰ੍ਹਾਂ ਅੰਜਾਮ ਦਿੱਤਾ ਗਿਆ, ਇਸ ਵੇਲੇ ਸਾਡੇ ਨਾਲ ਮੌਜੂਦ ਨੇ AIG ਗੁਰਮੀਤ ਚੌਹਾਨ ਜੀ, ਜਿਹੜੇ ਕਿ ਇਸ ਪੂਰੇ ਆਪਰੇਸ਼ਨ ਨੂੰ ਲੀਡ ਕਰ ਰਹੇ ਸੀ। ਇਹਨਾਂ ਨਾਲ ਗੱਲ ਕਰਦੇ ਹਾਂ। ਗੁਰਮੀਤ ਜੀ, ਸਭ ਤੋਂ ਪਹਿਲਾਂ ਇਹ ਜਾਣਨਾ ਚਾਹਾਂਗੇ ਕਿ ਇਹ ਜਿਹੜਾ ਆਪਰੇਸ਼ਨ ਜੈਕ ਸੀਗਾ ਕਿਸ ਤਰੀਕੇ ਨਾਲ ਪੁਲਿਸ ਨੇ ਇਸ ਨੂੰ ਅੰਜਾਮ ਦਿੱਤਾ ਹੈਗਾ। ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਇਹ ਜਿਹੜੀ ਦੋ ਇਨਸੀਡੈਂਟਸ ਮਈ ਮਹੀਨੇ ਦੇ ਵਿੱਚ ਹੋਏ ਸੀਗੇ। 10 ਮਈ ਨੂੰ ਇੱਕ ਰੂਟੀਨ ਚੈਕਿੰਗ ਦੇ ਦੌਰਾਨ ਖੰਨਾ ਪੁਲਿਸ ਵੱਲੋਂ ਇੱਕ ਜਦੋਂ ਨਾਕਾ ਲਾਇਆ ਹੋਇਆ ਸੀ ਤਾਂ ਉਹਦੇ ਵਿੱਚ ਇੱਕ ਗੱਡੀ ਰੋਕੀ ਸੀ। ਤਾਂ ਉਹ ਜਦੋਂ ਫ੍ਰਿਸਕਿੰਗ ਚੈਕਿੰਗ ਕਰਦੇ ਰਹੇ ਤਾਂ ਉਹ ਇੱਕ ਸ਼ਖਸ ਦੀ ਜਦੋਂ ਚੈਕਿੰਗ ਕੀਤੀ ਤਾਂ ਉਹਦੇ ਕੋਲੇ ਵੈਪਨ ਹੋਣ ਕਰਕੇ ਉਹਨੇ ਜਿਹੜਾ ਹੈਗਾ ਮੁਲਾਜ਼ਮ ਦੇ ਨਾਲ ਗੁੱਥਮ ਗੁੱਥਾ ਹੋਏ ਤੇ ਉਹਨਾਂ ਦਾ ਜਿਹੜਾ ਹੈਗਾ ਉਹਦਾ ਵੈਪਨ ਸਰਵਿਸ ਵੈਪਨ ਖੋਹ ਲਿਆ ਤੇ ਦੂਸਰੇ ਨੇ ਵੀ ਜਿਹੜਾ ਗੁੱਥਮ ਗੁੱਥਾ ਹੋ ਕੇ ਜਿਹੜਾ ਉਹ ਦੂਸਰੇ ਮੁੰਡੇ ਜਿਹੜਾ ਮੁਲਾਜ਼ਮ ਸੀਗਾ ਉਹਨੂੰ ਆਪਣੀ ਵੈਪਨ ਦੀ ਉਹਦੇ ਵੱਲ ਨੂੰ ਤਾਣ ਕੇ ਉਸ ਜਗ੍ਹਾ ਤੋਂ ਉਹ ਮੌਕੇ ਤੋਂ ਭੱਜ ਗਏ ਸੀਗੇ। ਤੋਂ ਬਾਅਦ ਦੇ ਵਿੱਚ ਜਿਹੜੀ ਹੈਗੀ ਉਹਨਾਂ ਦੀ ਆਇਡੈਂਟੀਟੀ ਸ਼ਾਮ ਤੱਕ ਉਹਦਾ ਕਨਫਰਮ ਹੋਈ ਤਾਂ ਉਹਦੇ 'ਚ ਪਤਾ ਲੱਗਿਆ ਵੀ ਇਹ ਜੈਪਾਲ ਭੁੱਲਰ ਸੀਗਾ, ਕਿਉਂਕਿ ਉਹਨੇ ਹੁਲੀਆ ਬਦਲਿਆ ਹੋਇਆ ਸੀ, ਦਾੜੀ ਰੱਖੀ ਹੋਈ ਸੀ, ਪੱਗ ਬੰਨੀ ਹੋਈ ਸੀ ਤੇ ਉਹਦੇ ਤੋਂ ਉਹਦੀ ਪਹਿਚਾਣ ਆ ਨਹੀਂ ਸੀ। ਨੋਰਮਲ ਸਰਕਮਸਟੈਂਸ ਦੇ ਵਿੱਚ ਉਹਦੀ ਪਹਿਚਾਣ ਨਹੀਂ ਆ ਰਹੀ ਸੀਗੀ। ਪਰ ਕਿਉਂਕਿ ਉਹ ਜੈਪਾਲ ਭੁੱਲਰ ਦੀ ਇਨਵੋਲਵਮੈਂਟ ਸੀ, ਅਸੀਂ ਜੈਪਾਲ ਭੁੱਲਰ ਦੇ ਪਿੱਛੇ ਜੋ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ਕਾਫੀ ਦੇਰ ਤੋਂ ਜਿਹੜਾ ਹੈਗਾ ਮੋਸਟ ਵਾਂਟਡ ਗੈਂਗਸਟਰਸ ਦੇ ਪਿੱਛੇ ਕੰਮ ਕਰ ਰਿਹਾ। ਤਾਂ ਇਹਦੀ ਇਨਫੋਰਮੇਸ਼ਨ ਮਿਲਣ ਦੇ ਉਪਰੰਤ ਅਸੀਂ ਜਿਹੜਾ ਹੈਗਾ ਉੱਥੇ ਮੌਕੇ 'ਤੇ ਗਏ, ਤਾਲਮੇਲ ਕੀਤਾ ਤਾਂ ਉਹਦੇ ਜਿਹੜੀਆਂ ਹੈਗੀਆਂ ਨੇ ਲੀਡਸ 'ਤੇ ਕੰਮ ਕਰਨਾ ਸ਼ੁਰੂ ਕੀਤਾ। ਤਾਂ ਜਦੋਂ ਅਸੀਂ ਉਹਨੂੰ ਟਰੈਕ ਕਰ ਰਹੇ ਸੀ, ਫੋਲੋ ਕਰ ਰਹੇ ਸੀ ਤਾਂ 15 ਮਈ ਨੂੰ ਗ੍ਰੇਨ ਮਾਰਕੀਟ ਜਿਹੜਾ ਅਨਾਜ ਮੰਡੀ ਜਗਰਾਓਂ ਦੇ ਵਿੱਚ ਇੱਕ ਰੂਟੀਨ ਚੈਕਿੰਗ ਦੇ ਦੌਰਾਨ ਜਿਹੜੀ ਇਨਫੋਰਮੇਸ਼ਨ ਮਿਲਣ ਦੇ CIA ਸਟਾਫ ਜਗਰਾਓਂ ਦੇ 2 ਮੁਲਾਜ਼ਮ ASI ਜਿਹੜੇ ਹੈਗੇ ਨੇ ਭਗਵਾਨ ਸਿੰਘ ਤੇ ਦਲਵਿੰਦਰਜੀਤ ਸਿੰਘ ਉੱਥੇ ਮੌਕੇ 'ਤੇ ਪਹੁੰਚੇ। ਉਹਨਾਂ ਨੇ ਜਾ ਕੇ ਜਦੋਂ ਉੱਥੇ ਇੱਕ ਸ਼ੱਕੀ ਹਾਲਾਤ ਦੇ ਵਿੱਚ ਇੱਕ ਕੈਂਟਰ 'ਤੇ I-10 ਗੱਡੀ ਸੀ, ਉਹਦੇ ਨਾਲ ਗੱਲਬਾਤ ਕਰਨ ਲੱਗੇ, ਉਹਨਾਂ ਦੀ ਆਇਡੈਂਟੀਟੀ ਚੈੱਕ ਕਰਨ ਲੱਗੇ ਤਾਂ ਉਸ ਦੇ ਦੌਰਾਨ ਉਹਨਾਂ ਨੇ ਵਿੱਚੋਂ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਅਸੀਂ ਹੁਣ ਫਸ ਜਾਵਾਂਗੇ ਤਾਂ ਉਹਨਾਂ ਨੇ ਉਹਨਾਂ ਦੇ ਵਿੱਚੋਂ ਜੈਪਾਲ ਨੇ ਜਿਹੜੀ ਹੈਗੀ ਹੈ ASI ਦੇ ਪਹਿਲੀ ਗੋਲੀ ਮਾਰੀ ਤਾਂ ਦੂਸਰੇ ਉਹਦੇ ਜਿਹੜੇ ਸਾਥੀ ਸੀ ਨੇ ਦੂਸਰਾ ਜਿਹੜਾ ASI ਉਹਨੇ ਗੋਲੀ ਮਾਰੀ। ਤਾਂ ਦੋਨੋਂ ASI ਜਿਹੜੇ ਸਾਡੇ ਨੇ ਉਹ ਜਗਰਾਓਂ ਪੁਲਿਸ ਦੇ ਉੱਥੇ ਹੀ ਜਿਹੜੇ ਹੈਗੇ ਨੇ ਦਮ ਤੋੜ ਗਏ। ਅਤੇ ਉਸ ਤੋਂ ਉਪਰੰਤ ਜਿਹੜੀ ਵੈਪਨ ਖੰਨੇ ਦੇ ਵਿੱਚੋਂ ਉਹਨਾਂ ਨੇ ਖੋਹ ਕੇ ਲੈ ਕੇ ਗਏ ਸੀਗੇ ਉਹਦਾ ਐਮੂਨੀਸ਼ਨ ਜਿਹੜਾ ਉੱਥੇ ਮੌਕੇ 'ਤੇ ਜਗਰਾਓਂ ਦੇ ਵਿੱਚ ਮਿਲਿਆ ਸੀ ਉਹਨੂੰ ਮੈਚ ਕੀਤਾ ਗਿਆ ਤਾਂ ਉਹ ਤੋਂ ਪਤਾ ਲੱਗਿਆ ਵੀ ਇਹ ਜਿਹੜਾ ਐਮੂਨੀਸ਼ਨ ਹੈ ਇਹ ਖੰਨੇ ਵਾਲੇ ਵੈਪਨ ਦੇ ਵਿੱਚੋਂ ਫਾਇਰ ਹੋਇਆ, ਜਿਹੜਾ ਖੰਨੇ ਤੋਂ ASI ਦਾ ਸਰਵਿਸ ਵੈਪਨ ਸੀਗਾ। ਤਾਂ ਉਹਦੇ ਨਾਲ ਕਨਫਰਮੇਸ਼ਨ ਹੋ ਗਈ ਕਿ ਇਹ ਜੈਪਾਲ ਭੁੱਲਰ 'ਤੇ ਹੀ ਉਹਨਾਂ ਦੇ ਸਾਥੀਆਂ ਦਾ ਹੀ ਕੰਮ ਹੈ। ਅਤੇ ਅਸੀਂ ਜਿਹੜਾ ਹੈ ਅਗਰੈਸਿਵਲੀ ਉਹਨੂੰ ਉਹਦੇ ਪਿੱਛੇ ਲੱਗ ਗਏ। ਅਗਰੈਸਿਵਲੀ ਉਹ ਲੀਡਸ ਨੂੰ ਫੋਲੋ ਕਰਦੇ ਹੋਏ ਅਸੀਂ ਇਹਨਾਂ ਦੀਆਂ ਜਿਹੜੀਆਂ ਪੈੜਾਂ ਨੱਪਦੇ ਹੋਏ ਵੱਖ-ਵੱਖ ਟੀਮਸ ਕੰਮ ਕਰ ਰਹੀਆਂ ਸੀਗੀਆਂ, ਟੈਕਨੀਕਲ ਸਪੋਰਟ ਮਿਲ ਰਿਹਾ ਸੀਗਾ। ਉਹ ਤੋਂ ਸਾਨੂੰ ਜਿਹੜਾ ਹੈਗਾ 28 ਤਰੀਕ ਨੂੰ ਸਕਸੈਸ ਮਿਲੀ ਜਦੋਂ ਅਸੀਂ ਡਬੜਾ ਜਿਹੜਾ ਮੱਧ ਪ੍ਰਦੇਸ਼ ਗਵਾਲੀਅਰ ਦੇ ਕੋਲੇ ਹੈਗਾ ਉੱਥੋਂ ਜਿਹੜੇ 2 ਵਾਂਟਡ ਜਿਹੜੇ ਨਾਲ ਇਹਦੇ ਕੁਲੀਗ ਸੀਗੇ ਜਿਹੜੇ ਖੰਨੇ ਵਾਲੇ ਜਗਰਾਓਂ ਵਾਲੇ ਇੰਸੀਡੈਂਟ ਦੇ ਵਿੱਚ ਇਨਵੋਲਵਡ ਸੀਗੇ, ਜਿਹਦਾ ਨਾਮ ਦਲਵਿੰਦਰਜੀਤ ਸਿੰਘ ਅਤੇ ਬਲਜਿੰਦਰ ਬੱਬੀ ਹੈ, ਉਹ ਮੌਕੇ ਤੋਂ ਮਿਲੇ। ਉਹਨਾਂ ਨੂੰ ਅਰੈਸਟ ਕੀਤਾ ਅਲੋਂਗ ਵਿਦ ਜਿਹੜਾ ਹਰਚਰਨ ਸਿੰਘ ਜਿਨ੍ਹਾਂ ਨੇ ਉਹਨੂੰ ਪਨਾਹ ਦਿੱਤੀ ਹੋਈ ਸੀ ਉੱਥੇ ਰੱਖਿਆ ਹੋਇਆ ਸੀਗਾ। ਉਹਨਾਂ ਦੀ ਪੁੱਛਗਿੱਛ ਇੱਥੇ ਲਿਆ ਕੇ ਕੋਰਟ ਪੇਸ਼ ਕਰਨ ਤੋਂ ਉਪਰੰਤ ਉਹਨਾਂ ਦੀ ਪੁੱਛਗਿੱਛ ਕੀਤੀ ਗਈ। ਪੁੱਛਗਿੱਛ ਤੋਂ ਜਿਹੜੀਆਂ ਲੀਡਸ ਮਿਲੀਆਂ ਉਹਨਾਂ ਨੂੰ ਡਿਵੈਲਪ ਕੀਤਾ ਗਿਆ, ਪਰ ਉਹਨਾਂ ਨੇ ਕੁਛ ਇੱਕ ਇਨਫੋਰਮੇਸ਼ਨ ਸਾਨੂੰ ਗਲਤ ਮਿਸਲੀਡ ਕੀਤਾ, ਜਿਸ ਦੇ ਉਪਰੰਤ ਅਸੀਂ ਜਿਹੜਾ ਹੈਗਾ ਇੱਥੇ ਜਦੋਂ ਉਹਨਾਂ ਨੂੰ ਇਸ ਇਨਫੋਰਮੇਸ਼ਨ ਨੂੰ ਵੈਰੀਫਾਈ ਕਰ ਰਹੇ ਸੀਗੇ ਉਹ ਮੈਚ ਨਹੀਂ ਕਰ ਰਹੀ ਸੀ ਜਿਹੜੀ ਇਨਫੋਰਮੇਸ਼ਨ ਉਹ ਗੱਲ ਦੱਸ ਰਹੇ ਸੀ। ਤਾਂ ਅਸੀਂ ਦੁਬਾਰਾ ਫਿਰ ਜਿਹੜਾ ਸਾਡਾ ਇੱਕ ਟੀਮ ਇੱਥੋਂ ਰਵਾਨਾ ਕੀਤੀ, ਬਲਜਿੰਦਰ ਬੱਬੀ ਜਿਹੜਾ ਹੈਗਾ ਉਹਨੂੰ ਨਾਲ ਲੈ ਕੇ, ਤਾਂ ਕਿ ਅਸੀਂ ਉਹ ਰੂਟ ਸਾਰਾ ਦੇਖੀਏ ਵੀ ਕਿੱਥੇ ਕਿੱਥੇ ਕਿਵੇਂ ਕਿਵੇਂ ਗਏ ਸੀ। ਕਿਉਂਕਿ ਇਹਨਾਂ ਦੇ ਮੁਤਾਬਕ ਦੱਸਣ ਮੁਤਾਬਕ ਇਹ ਆਇਆ ਸੀ ਕਿ 17 ਤਰੀਕ ਨੂੰ ਜਿਹੜਾ ਜੈਪਾਲ ਅਤੇ ਜੱਸੀ ਨੇ ਇੱਕ ਕੋਈ ਗਵਾਲੀਅਰ ਦੇ ਕੋਲੇ ਕੋਈ ਸ਼ਖਸ ਬੁਲਾਇਆ ਸੀ ਜਿਹੜਾ ਕਿ ਗੱਡੀ ਲੈ ਕੇ ਆਇਆ ਅਤੇ ਉਸ ਗੱਡੀ ਦੇ ਵਿੱਚ ਬੈਠ ਕੇ ਇਹ ਸਾਰੇ ਜਣੇ ਡਬਰਾ ਗਏ। ਡਬਰਾ 'ਚ ਜਿਹੜਾ ਹੈਗਾ ਦਰਸ਼ਨ ਅਤੇ ਬੱਬੀ ਨੂੰ ਉਤਾਰ ਦਿੱਤਾ ਅਤੇ ਉੱਥੋਂ ਜਿਹੜਾ ਹੈਗਾ ਆਪਣਾ ਜੈਪਾਲ ਭੁੱਲਰ ਅਤੇ ਜੱਸੀ ਨੇ ਉਹ ਉਸ ਬੰਦੇ ਦੇ ਨਾਲ ਗੱਡੀ ਦੇ ਵਿੱਚ ਲਾਸਟ ਚਲੇ ਗਏ ਸੀ। ਸੋ ਲਾਸਟ ਉਹ 17 ਤਰੀਕ ਦੀ ਸ਼ਾਮ ਨੂੰ ਲਾਸਟ ਸੀਨ ਸੀਗੇ। ਅਤੇ ਇਸ ਜਿਹੜੀ ਹੈਗੀ ਹੈ ਬੜੀ ਇੰਪੋਰਟੈਂਟ ਗੱਲ ਸੀ ਕਿ ਸਾਨੂੰ ਆਈਡੈਂਟੀਫਾਈ ਕਰਨਾ ਵੀ ਉਹ ਬੰਦਾ ਕੌਣ ਹੈ, ਗੱਡੀ ਕਿਹੜੀ ਹੈ। ਸੋ ਸਾਰਾ ਫੋਰਸ ਜਿਹੜੀ ਸਾਡੀ ਐਨਰਜੀ ਅਸੀਂ ਫੋਕਸ ਉਸ ਗੱਲ 'ਤੇ ਕੀਤਾ
ਤੇ ਗਰਾਊਂਡ ਦੇ ਉੱਤੋਂ ਇਨਫੋਰਮੇਸ਼ਨ ਕਲੈਕਟ ਕਰਨੀ ਸ਼ੁਰੂ ਕੀਤੀ। ਤੋ ਕਰਦੇ ਕਰਦੇ ਸਾਡੀ ਉਹ ਮੈਚ ਨਾ ਕਰਨ ਕਰਕੇ ਹੀ ਤਾਂ ਅਸੀਂ ਇਹਨੂੰ ਬੱਬੀ ਨੂੰ ਦੁਬਾਰਾ ਉਹ ਸਾਰਾ ਸੀਨ ਜਿਹੜਾ ਰੂਟ ਹੈ ਉਹ ਕੰਸਟਰਕਟ ਕਰਨਾ ਚਾਹੁੰਦੇ ਸੀ, ਤਾਂ ਕਿ ਸਾਨੂੰ ਪਤਾ ਲੱਗ ਜਾਵੇ ਵੀ ਕਿਸ ਕਿਸ ਲੋਕੇਸ਼ਨ ਦੇ ਉੱਤੇ ਇਹ ਗਏ ਨੇ, ਤਾਂ ਕਿ ਉੱਥੋਂ ਹੋਰ ਕਲੂਜ਼ ਮਿਲ ਸਕਣ। ਜਿਸ ਉਪਰੰਤ ਜਿਹੜਾ ਹੈਗਾ ਸਾਡੇ ਕੋਲ 2 ਜਾਂ 3 ਤਰੀਕ ਨੂੰ ਸਾਨੂੰ ਜਿਹੜੀ ਇਨਫੋਰਮੇਸ਼ਨ ਉੱਥੋਂ ਮਿਲੀ ਕਿ ਜਿਹੜੀ ਇਹ ਸਾਨੂੰ ਪਹਿਲਾਂ ਗੱਲ ਦੱਸ ਰਹੇ ਨੇ ਕਿ ਇੱਥੇ ਇੱਕ ਵਾਈਟ ਵਰਨਾ ਕਾਰ ਦੇ ਨਾਲ ਇਹ ਉੱਥੇ ਗਏ ਨੇ, ਜਿਹੜਾ ਜੈਪਾਲ ਭੁੱਲਰ ਤੇ ਆਪਣਾ ਜੱਸੀ ਹੈ ਉਹਦੇ 'ਚ escape ਕੀਤੇ ਨੇ, ਬਟ ਉਹ ਗਲਤ ਹੈ। ਉਹਦੇ ਥਾਂ 'ਤੇ ਉਹ ਇੱਕ ਬਲੈਕ ਕਲਰ ਦੀ ਹੋਂਡਾ ਅਕੋਰਡ ਗੱਡੀ ਹੈ ਤੇ ਜਿਹਦਾ ਵੈਸਟ ਬੰਗਾਲ ਦਾ ਨੰਬਰ ਲੱਗਿਆ ਹੋਇਆ ਸੀ। ਉਹ ਨੰਬਰ ਨੂੰ ਅਸੀਂ ਟਰੈਕ ਕਰਦੇ ਹੋਏ ਪਤਾ ਲੱਗਿਆ ਵੀ ਇਹ ਇੱਕ ਆਇਲ ਕਾਰਪੋਰੇਸ਼ਨ ਦੇ ਨਾਂ 'ਤੇ ਕਲਕੱਤਾ ਦੀ ਕੋਈ ਫਰਮ ਹੈਗੀ, ਉਹਦੇ ਨਾਂ 'ਤੇ ਰਜਿਸਟਰਡ ਸੀਗੀ। ਤੇ 2016 ਦੇ ਵਿੱਚ ਉਹ ਗੱਡੀ ਜਿਹੜੀ ਹੈਗੀ ਹੈ ਕਿਸੇ ਭਰਤ ਕੁਮਾਰ ਨਾਂ ਦੇ ਬੰਦੇ ਨੂੰ ਵਿਕ ਚੁੱਕੀ ਸੀ, ਤੇ ਪਰ ਉਹ ਟਰਾਂਸਫਰ ਨਹੀਂ ਹੋਈ ਸੀਗੀ ਹਲੇ ਉਹ ਭਰਤ ਕੁਮਾਰ ਦੇ ਨਾਂ 'ਤੇ, ਉਹ ਕਾਗਜ਼ਾਂ ਦੇ ਵਿੱਚ ਜਿਵੇਂ ਉਹ ਸੇਲ ਲੈਟਰ ਦੇ ਉੱਤੇ ਹੀ ਚਲਾ ਰਿਹਾ ਸੀਗਾ। ਸੋ ਸਾਡੀਆਂ ਟੀਮਸ ਨੇ ਐਕਟੀਵੇਟ, ਜਦੋਂ ਇੱਥੋਂ ਲੋਕਲ ਟੀਮਸ ਨੂੰ ਐਕਟੀਵੇਟ ਕੀਤਾ ਤਾਂ ਇਹਨੂੰ ਲੋਕੇਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਭਰਤ ਕੁਮਾਰ ਸਾਨੂੰ ਮਿਸਿੰਗ ਮਿਲਿਆ, ਇੱਥੇ ਅਵੇਲੇਬਲ ਨਹੀਂ ਸੀਗਾ। ਜਿਸ ਉਪਰੰਤ ਅਸੀਂ ਆਪਣਾ ਹੋਰ ਟੈਕਨੀਕਲ ਤੇ ਹੋਰ ਸੋਰਸਿਸ ਲਗਾਏ, ਜਿਸ ਦੇ ਨਾਲ ਸਾਨੂੰ ਇਹ ਕੱਲ੍ਹ ਸਵੇਰੇ ਜਿਹੜਾ ਹੈਗਾ ਇਹਦੀ ਸਾਨੂੰ ਮੂਵਮੈਂਟ ਟਰੈਕ ਹੋਈ। ਤਾਂ ਅਸੀਂ ਇਹਨੂੰ ਭਰਤ ਨੂੰ ਅਸੀਂ ਕੱਲ੍ਹ ਖੰਨੇ ਦੇ ਸ਼ੰਭੂ ਬਾਰਡਰ ਦੇ ਕੋਲੇ ਉੱਥੇ ਜਿਹੜਾ ਹੈਗਾ ਇਹਨੂੰ ਡਿਟੇਨ ਕੀਤਾ, ਪੁੱਛਗਿੱਛ ਕੀਤੀ। ਪੁੱਛਗਿੱਛ ਕਰਨ ਉਪਰੰਤ ਇਹਨੇ ਸਾਨੂੰ ਦੱਸਿਆ ਵੀ ਇਸ ਤਰ੍ਹਾਂ ਕਰਕੇ ਇਹ 18 ਤਰੀਕ ਨੂੰ ਉੱਥੋਂ ਚੱਲੇ ਸੀਗੇ ਆਗਰਾ ਤੋਂ ਗਵਾਲੀਅਰ ਆਗਰਾ ਦੇ ਕੋਲੋਂ 17 ਦੀ ਸ਼ਾਮ ਨੂੰ ਰਾਤ 18 ਨੂੰ, ਅਤੇ ਇਹ 19-20 ਤਰੀਕ ਨੂੰ ਤਕਰੀਬਨ ਕਲਕੱਤੇ ਪਹੁੰਚ ਗਏ ਸੀਗੇ। ਕਲਕੱਤੇ ਜਾ ਕੇ ਇਹਨਾਂ ਨੇ 2 ਦਿਨ ਹੋਟਲ ਦੇ ਵਿੱਚ ਇੱਥੇ ਰਹੇ। ਫਿਰ ਇਹਨਾਂ ਨੇ 23-24 ਤਰੀਕ ਨੂੰ ਉਹ ਇੱਕ ਨਵਾਂ ਜਿਹੜਾ ਅਪਾਰਟਮੈਂਟ ਹੈਗਾ ਉਹ ਇਹਨੇ ਭਰਤ ਕੁਮਾਰ ਨੇ ਅਰੇਂਜ ਕਰਕੇ ਉਹਨਾਂ ਨੂੰ ਦਿੱਤਾ। ਸੋ ਉਹ ਅਪਾਰਟਮੈਂਟ ਦੇ ਵਿੱਚ ਜਿਹਦਾ ਨੰਬਰ ਤੇ ਉਹਨਾਂ ਨੇ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ, ਅਸੀਂ ਜਿਹੜੀ ਹੈਗੀ ਹੈ ਕੱਲ੍ਹ ਤਕਰੀਬਨ 12-12:30 ਇਨਫੋਰਮੇਸ਼ਨ ਸਾਨੂੰ ਮਿਲੀ ਸੀ, ਸੀਨੀਅਰ ਆਫਿਸਰਸ ਨਾਲ ਸ਼ੇਅਰ ਕੀਤੀ ਗਈ। ਸੀਨੀਅਰ ਆਫਿਸਰਸ ਨੇ ਵੈਸਟ ਬੰਗਾਲ ਦੇ ਟੌਪ ਉੱਥੇ ਜਿਹੜੇ ਸੀਨੀਅਰ ਆਫਿਸਰਸ ਨੇ ਉਹਨਾਂ ਨਾਲ ਕੋਆਰਡੀਨੇਟ ਕਰਕੇ STF ਕੋਲਕਾਤਾ ਦੀ ਸਪੋਰਟ ਨਾਲ ਜਿਹੜਾ ਹੈਗਾ ਇਹ ਆਪਰੇਸ਼ਨ ਨੂੰ ਅੰਜਾਮ ਦਿੱਤਾ। ਸਰ, ਜਿਹੜਾ ਫਲੈਟ ਸੀਗਾ ਕਲਕੱਤੇ ਦਾ ਉਹ ਕਿਸੇ ਦੇ ਨਾਮ 'ਤੇ ਲਿਆ ਸੀਗਾ, ਇਹਨੇ ਆਪਣੇ ਨਾਮ 'ਤੇ ਲਿਆ ਸੀਗਾ ਜਾਂ ਕਿਸੇ ਹੋਰ ਦੇ ਨਾਮ 'ਤੇ ਸੀਗਾ ਇਹ? ਉਹ ਕਿਸੇ ਹੋਰ ਸ਼ਖਸ ਦੇ ਨਾਂ 'ਤੇ ਲਿਆ ਹੋਇਆ ਸੀਗਾ, ਭਰਤ ਕੁਮਾਰ ਨੇ ਆਪਣੇ ਨਾਂ 'ਤੇ ਨਹੀਂ ਲਿਆ ਸੀਗਾ। ਪਰ ਅਸੀਂ ਉਸ ਇਨਵੈਸਟੀਗੇਸ਼ਨ ਉਹਦੇ ਬਾਰੇ ਵੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਵੀ ਕੌਣ ਬੰਦਾ, ਅਤੇ ਉਹਨੂੰ ਅੱਗੇ ਆਈਡੈਂਟੀਫਾਈ ਕਰਕੇ ਫਰਦਰ ਐਕਸ਼ਨ ਲਵਾਂਗੇ ਵੀ ਉਹ ਜੈਨੂਇਨ ਹੈ ਕਿ ਫੇਕ ਆਈਡੈਂਟੀਟੀ ਦਿੱਤੀ ਹੈ ਜਾਂ ਕੀ ਹੈ, ਉਸ ਪਤਾ ਲੱਗੂਗਾ ਹਲੇ। ਸਰ, ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜਾ ਕਿ ਉੱਥੇ ਤੁਸੀਂ ਐਨਕਾਊਂਟਰ ਕੀਤਾ ਗਿਆ ਹੈਗਾ STF ਦੇ ਨਾਲ ਮਿਲ ਕੇ ਕਲਕੱਤਾ, ਉੱਥੋਂ ਜਿਹੜਾ ਗਨਸ ਵਗੈਰਾ ਬਰਾਮਦ ਹੋਈਆਂ ਗਿਆ ਉਹ ਪਾਕਿਸਤਾਨ ਮੇਡ ਗਨ ਹੈਗੀਆਂ। ਨਹੀਂ, ਹਾਲੇ ਮੈਂ ਕੁਝ ਨਹੀਂ ਕਹਿ ਸਕਦਾ ਜੀ। ਸਾਡੇ ਕੋਲੇ ਉਹ ਇਨਵੈਂਟਰੀ ਜਿਹੜੀ ਹੈਗੀ ਹੈ ਸਾਡੇ ਕੋਲੇ ਪਹੁੰਚੀ ਨਹੀਂ ਹੈ। ਸਾਡੀ ਟੀਮ ਉੱਥੇ ਹੀ ਹੈਗੀ ਹੈ, ਕੋਆਰਡੀਨੇਟ ਕਰ ਰਹੇ ਹਾਂ, ਕਿਉਂਕਿ ਉਹਨਾਂ ਨੇ ਵੈਸਟ ਬੰਗਾਲ ਪੁਲਿਸ ਨੇ ਜਿਹੜੀ ਹੈਗੀ ਹੈ ਇਨਵੈਸਟੀਗੇਸ਼ਨ ਉੱਥੋਂ ਦੀ CID ਡਿਪਾਰਟਮੈਂਟ ਨੂੰ ਜਿਹੜੀ ਹੈਗੀ ਹੈ ਟਰਾਂਸਫਰ ਕਰ ਦਿੱਤੀ ਹੈ। ਉਹ ਸਪੈਸ਼ਲੀ ਉਹ ਹੁਣ ਉਹਨੂੰ ਹਲੇ ਸਬੂਤ ਵਗੈਰਾ ਇਕੱਠੇ ਕਰ ਰਹੇ ਨੇ ਉੱਥੋਂ ਮੌਕੇ ਸੀਨ ਆਫ ਕ੍ਰਾਈਮ ਤੋਂ। ਸੋ ਜਿਵੇਂ ਵੀ ਸਾਡੇ ਨਾਲ ਉਹ ਇਨਫੋਰਮੇਸ਼ਨ ਸ਼ੇਅਰ ਕਰਾਂਗੇ ਤਾਂ ਅਸੀਂ ਫੇਰ ਹੀ ਕੁਝ ਦੱਸ ਪਾਵਾਂਗੇ ਵੀ ਕੀ ਹੈਗਾ, ਕਿਹੜੇ ਵੈਪਨ ਨੇ, ਕਿੱਥੋਂ ਦੇ ਬਣੇ ਨੇ, ਕੀ ਹੈਗਾ। ਸਰ, ਜਿਹੜਾ ਭਰਤ ਹੈਗਾ ਇਹਦਾ ਕੀ ਰੋਲ ਸੀਗਾ? ਇਹ ਕਦੋਂ ਤੋਂ ਇਹਦੇ ਟੱਚ ਸੀਗਾ ਜੈਪਾਲ ਦੇ ਵਿੱਚ, ਕਿਉਂਕਿ ਹੁਣ ਤੁਸੀਂ 7 ਦਿਨ ਦਾ ਰਿਮਾਂਡ ਵੀ ਉਹਦਾ ਲਿਆ ਹੈਗਾ? ਸੋ ਸਾਡੀ ਜਿਹੜੀ ਹਾਲੇ ਤੱਕ ਦੀ ਜਿਹੜੀ ਇਨਫੋਰਮੇਸ਼ਨ ਹੈਗੀ ਹੈ ਇਹ ਕੋਈ ਬਹੁਤਾ ਪੁਰਾਣਾ ਡਾਇਰੈਕਟਲੀ ਜੈਪਾਲ ਦੇ ਇਨ ਟੱਚ ਨਹੀਂ ਸੀਗਾ। ਇਹ ਇਹਨਾਂ ਦੇ ਜਿਹੜੇ ਕਾਮਨ ਫਰੈਂਡਸ ਨੇ ਉਹਨਾਂ ਦੇ ਨੋਨ ਹੈਗਾ, ਉਹਨਾਂ ਦੀ ਇਨਫੋਰਮੇਸ਼ਨ, ਉਹਨਾਂ ਦੇ ਕਹਿਣ 'ਤੇ ਹੀ ਜਿਹੜਾ ਹੈਗਾ ਇਹ ਜੈਪਾਲ ਨੂੰ ਅੱਗੇ ਰਿਸੀਵ ਕਰਨ ਵਾਸਤੇ ਪਹੁੰਚਿਆ ਸੀ। ਇਹਨਾਂ ਨੇ ਪਹਿਲਾਂ ਜਿੱਦਾਂ ਇੱਥੇ 15 ਤਰੀਕ ਨੂੰ ਇਹ ਇੱਥੋਂ ਇੰਸੀਡੈਂਟ ਕਰਨ ਤੋਂ ਬਾਅਦ ਭੱਜੇ ਨੇ, ਤਾਂ ਉਸੇ ਟਾਈਮ 'ਤੇ ਹੀ ਇਹਨੂੰ ਇੰਸਟਰਕਸ਼ਨ ਮਿਲ ਗਈ ਸੀ ਵੀ ਤੂੰ ਅੱਗੇ ਜਾ ਕੇ ਆਗਰਾ ਜਾਂ ਕਾਨਪੁਰ ਦੇ ਕੋਲੇ ਜਾ ਕੇ ਵੇਟ ਕਰ, ਉੱਥੇ ਤੈਨੂੰ ਅਗਲਾ ਕੰਮ ਦੱਸਦੇ। ਸੋ ਉਹ ਪਹਿਲਾਂ ਹੀ ਉੱਥੇ ਕਾਨਪੁਰ ਪਹੁੰਚਿਆ ਹੋਇਆ ਸੀ 16 ਤਰੀਕ ਦਾ। ਸਰ, ਜਿਹੜੀ ਖੰਨਾ ਦਾ ਦੇਖਿਆ ਜਾਏ, ਖੰਨਾ ਚਿੱਟੇ ਰੰਗ ਦੀ ਜਿਹੜੀ ਹਾਂਡਾ ਸਿਟੀ ਕਾਰ ਸੀਗੀ ਉਹਦੇ ਵਿੱਚ ਦੇਖਿਆ ਗਿਆ ਪੈਟਰੋਲ ਪੰਪ 'ਤੇ CNG ਗੈਸ ਪਵਾਉਂਦਾ ਹੋਏ ਦੋਨੋਂ ਜਣੇ। ਕੀ ਇਹਨਾਂ ਨੇ ਉਹ ਜਿਹੜੀ ਗੱਡੀ ਸੀ ਉਹ ਵੀ ਕੋਈ ਖੋਈ ਹੋਈ ਸੀ ਗੱਡੀ ਸੀ ਕਿਤੇ ਅੱਗੇ? ਕਿਵੇਂ ਇਹ ਚੇਂਜ ਹੋਇਆ ਉਸ ਤੋਂ ਬਾਅਦ 10 ਤਰੀਕ ਦੀ ਜਿਹੜੀ ਤੁਸੀਂ ਦੱਸ ਰਹੇ ਹੋ ਕਿ ਪਹਿਲੀ ਵਾਰਦਾਤ ਉੱਥੋਂ ਹੀ ਜਿਹੜੀ ਲੀਡ ਮਿਲੀ ਸੀਗੀ ਪੁਲਿਸ ਨੂੰ? ਇਹ ਇਸ ਤਰ੍ਹਾਂ ਜੀ, ਇਹ ਜਿਹੜਾ ਜੈਪਾਲ ਤੇ ਇਹਦਾ ਗੈਂਗ ਹੈਗਾ, ਇਹ ਨਾਰਮਲੀ ਜਿਹੜੀਆਂ ਗੱਡੀਆਂ ਨੇ, ਕਈ ਗੱਡੀਆਂ ਜਿਹੜੀਆਂ ਹੈਗੀਆਂ ਸਨੈਚ ਕਰਕੇ ਇਹ ਵੱਖ-ਵੱਖ ਲੋਕੇਸ਼ਨ 'ਤੇ ਰੱਖਦੇ ਆ। ਸੋ ਗੱਡੀ ਇਹ ਚੇਂਜ ਕਰਨ ਦੇ ਕੋਈ ਬਹੁਤਾ ਟਾਈਮ ਨਹੀਂ ਲਾਉਂਦੇ। ਸੋ ਉਸ ਦਿਨ ਉਹ ਜਿਹੜੀ ਗੱਡੀ ਸੀਗੀ ਹੁੰਡਾਈ ਔਰਾ, ਉਹ ਮੋਸਟ ਲਾਈਕਲੀ ਪਹਿਲਾਂ ਸਮਰਾਲੇ ਤੋਂ
ਸਨੈਚ ਹੋਈ ਵੀ ਹੈ। ਸੋ ਬਟ ਉਹ ਹਲੇ ਮਿਲੀ ਨਹੀਂ ਹੈ। ਉਹ ਫਰਦਰ ਹੁਣ ਜਿਵੇਂ ਜਿਵੇਂ ਇਨਵੈਸਟੀਗੇਸ਼ਨ ਹੋਊਗੀ ਤਾਂ ਇਸ ਤਰੀਕੇ ਨਾਲ ਉਹ ਕਈ ਗੱਡੀਆਂ ਨੇ। ਹੁਣ ਜਿਵੇਂ ਇਹਨਾਂ ਦੀਆਂ I-10 ਜਿਹੜੀ ਮੌਕੇ ਤੇ ਯੂਜ਼ ਹੋਈ ਸੀ ਉਹ ਰਾਜਸਥਾਨ ਤੋਂ ਸਾਨੂੰ ਰਾਜਗੜ੍ਹ ਤੋਂ ਮਿਲ ਗਈ ਹੈ। ਉਹ ਜਗਰਾਉਂ ਪੁਲਿਸ ਨੇ ਦੇ ਕਬਜ਼ੇ ਵਿੱਚ ਲੈ ਲਈ ਹੈ। ਸੋ ਇੱਕ ਇੱਕ ਵਰਨਾ ਵਾਈਟ ਕਲਰ ਦੀ ਹੈਗੀ ਹੈ, ਜਿਹੜੀ ਕਿ ਜੱਸੀ ਦੇ ਕੋਈ ਰਿਲੇਟਿਵ ਸੀਗੇ, ਮਾਮੇ ਦੇ ਨਾਂ ਤੇ ਲਈ ਹੋਈ ਸੀ। ਉਹ ਵੀ ਜਗਰਾਉਂ ਪੁਲਿਸ ਨੇ ਆਪਣੀ ਰਿਕਵਰ ਕਰ ਲਈ ਹੈ। ਸੋ ਇਸ ਟਾਈਪ ਦਾ ਗੱਡੀਆਂ ਦਾ ਚੇਂਜ ਕਰਨਾ ਕੋਈ ਇਹਦੇ ਵਾਸਤੇ ਵੱਡੀ ਗੱਲ ਨਹੀਂ ਹੈ। ਸਰ ਇੱਕ ਜਿਹੜੀ ਵੈਸਟ ਬੰਗਾਲ ਤੁਸੀਂ ਕਾਲੇ ਰੰਗ ਦੀ ਗੱਡੀ ਕਹਿ ਰਹੇ ਹੋ, ਜਿਹੜੀ ਟੋਲ ਪਲਾਜ਼ਾ ਤੁਹਾਨੂੰ ਮਿਲੀ ਹੈ, ਉਹਦੇ ਉੱਪਰ ਇੱਕ ਪੁਲਿਸ ਦਾ ਸਟicker ਲੱਗਾ ਸੀ। ਕਿਹੜੀ ਪੁਲਿਸ ਦਾ ਸਟicker ਸੀਗਾ, ਜਾਂ ਕੋਈ ਪੁਲਿਸ ਦੇ ਕੋਈ ਡਾਕੂਮੈਂਟਸ ਵੀ ਮਿਲੇ, ਕੋਈ ਇਸ ਤਰ੍ਹਾਂ ਦੇ ਫੇਕ ਵੀ ਉਹਨੇ ਬਣਾਏ ਹੋਏ ਸੀਗੇ? ਹਲੇ ਤੱਕ ਉਹ ਜਿਹੜੀ ਹੈਗੀ ਮੈਟਰ ਆਫ ਇਨਵੈਸਟੀਗੇਸ਼ਨ ਹੈ। ਉਹ ਪੁਲਿਸ ਤੇ ਅਕਸਰ ਲੋਕੀ ਕਈ ਅਸੀਂ ਦੇਖ ਰਹੇ ਹਾਂ ਕਿ ਮਿਸਯੂਜ਼ ਕਰ ਰਹੇ ਨੇ, ਕੋਈ ਲਾ ਕੇ ਰੱਖਦੇ ਨੇ। ਬਟ ਉਹ ਹੁਣ ਅੱਗੇ ਮੈਟਰ ਆਫ ਰਿਕਾਰਡ ਹੈ ਵੀ ਇਹਨਾਂ ਦਾ ਕੋਈ ਰਿਲੇਟਿਵ ਸੀਗਾ ਜਾਂ ਵੈਸਟ ਬੰਗਾਲ ਦੇ ਪੁਲਿਸ ਦੇ ਵਿੱਚੋਂ ਪਹਿਲਾਂ ਉੱਥੇ ਕਿਸੇ ਨੇ ਲਗਾਈ ਹੋਈ ਸੀ, ਜਾਂ ਇੱਥੇ ਆ ਕੇ ਕਿਸੇ ਨੇ ਲਾਇਆ, ਜਾਂ ਇਹਨੇ ਭਰਤ ਨੇ ਲਾਇਆ ਹੈ, ਜਾਂ ਕਿਸ ਬੇਸ ਤੇ ਲਾਇਆ ਹੈ। ਕਿਉਂਕਿ ਫੇਕ ਆਇਡੈਂਟੀ ਕੈਰੀ ਕਰਨੀ, ਫੇਕ ਆਇਡੈਂਟੀ ਕਾਰਡਸ ਕੈਰੀ ਕਰਨਾ, ਬਣਾਉਣਾ, ਰਜਿਸਟ੍ਰੇਸ਼ਨ ਫੇਕ ਬਣਾਉਣੇ, ਇਹ ਇਹਨਾਂ ਦਾ ਬੜਾ ਇੱਕ ਕਾਮਨ ਜੀ ਪ੍ਰੈਕਟਿਸ ਹੈ। ਕੁਝ ਮਿਲਿਆ ਜੀ ਫੇਕ ਕੁਝ ਦਸਤਾਵੇਜ਼? ਹਾਂ, ਦਸਤਾਵੇਜ਼ ਤਾਂ ਹਮੇਸ਼ਾ ਹੀ ਜਿੱਥੇ ਵੀ ਮਿਲਦੇ ਨੇ ਇਹਨਾਂ ਦੇ। ਜੈਪਾਲ ਦੀ ਜਿਹੜੀ ਖੰਨੇ ਦੇ ਵਿੱਚੋਂ ਜਿਹੜਾ ਮਿਲਿਆ ਸੀਗਾ ਡਰਾਈਵਿੰਗ ਲਾਇਸੈਂਸ ਦੀ ਕਾਪੀ ਮਿਲੀ ਸੀ, ਉਹ ਫੋਟੋ ਇਹਦੀ ਲੱਗੀ ਸੀ, ਨਾ ਕੋਈ ਹੋਰ ਸੀਗਾ। ਸੋ ਰਾਜਪਾਲ ਸਿੰਘ ਦੇ ਨਾਂ ਤੇ ਸੀ। ਸੋ ਐਂ ਅਲੱਗ-ਅਲੱਗ ਟਾਈਪ ਤੇ ਇਹ ਮਾਸਟਰ ਹੈ। ਇਹਦੇ ਕੋਲੋਂ ਹੁਣ ਉੱਥੇ ਜਿਹੜੀ ਇਨਫੋਰਮੇਸ਼ਨ ਮਿਲੀ ਹੈ ਕਲਕੱਤਾ ਦੇ ਵਿੱਚ ਜਿਹੜਾ ਫਲੈਟ ਦੇ ਵਿੱਚੋਂ, ਉੱਥੇ ਵੀ ਇਹਨਾਂ ਦੇ ਕੋਲੇ ਬਲੈਂਕ ਜਿਹੜੇ ਪਲਾਸਟਿਕ ਦੇ ਕਾਰਡਸ ਹੁੰਦੇ ਨੇ, ਜਿਹੜੇ ਡਰਾਈਵਿੰਗ ਲਾਇਸੈਂਸ ਤੇ ਰਜਿਸਟ੍ਰੇਸ਼ਨ ਵਾਲੇ, ਉਹ ਖਾਲੀ ਕੋਈ 60-70 ਮਿਲੇ ਨੇ ਜਿਹਨਾਂ ਚਿਪ ਲੱਗੀ ਹੁੰਦੀ ਹੈ। ਉਹ ਬਲੈਂਕ ਨੇ, ਉਹਨਾਂ 'ਚ ਡੇਟਾ ਜਿਹੜਾ ਹੈਗਾ, ਇਹਦੇ ਕੋਲ ਪ੍ਰਿੰਟਰ ਹੁੰਦੇ ਨੇ, ਉਹ ਪ੍ਰਿੰਟ ਕਰ ਲੈਂਦਾ। ਕੱਲ ਨੂੰ ਉਹ ਤੁਹਾਡਾ ਕਾਗਜ਼ ਨੇ ਜਿਹੜੇ ਗੱਡੀ ਦੇ, ਜਿਹੜੀ ਇਹਨਾਂ ਨੇ ਗੱਡੀ ਖੋਣੀ ਹੈ, ਉਸੇ ਜਿਸ ਗੱਡੀ ਦਾ, ਜਿਵੇਂ ਹੁਣ ਤੁਹਾਡੀ ਵਰਨਾ 2000 ਫੋਰ ਐਗਜ਼ਾਮਪਲ 20 ਮਾਡਲ ਖੋਲੀ ਹੈ, ਤਾਂ ਵਾਈਟ ਕਲਰ ਦੀ ਵਰਨਾ ਇਹਨਾਂ ਨੇ ਉਹਦੇ ਕਾਗਜ਼ ਜਿਹੜੇ ਹੈਗੇ ਨੇ ਉਹੀ ਉਹਦੇ ਤੇ ਲਾ ਦੇਣੇ। ਸੋ ਜਿਹੜਾ ਮਾਡਲ ਹੈ, ਜਿਹੜਾ ਕਲਰ ਹੈ ਫੇਕ, ਉਹ ਕਾਗਜ਼ ਉਸ ਤੇ ਤਿਆਰ ਕਰ ਲੈਣੇ, ਪਰ ਨੰਬਰ ਕੋਈ ਹੋਰ ਹੋਊਗਾ। ਫੇਕ ਤਿਆਰ ਕਰਦੇ ਸੀਗੇ, ਫੇਕ ਤਿਆਰ ਕਰਦੇ। ਸਰ ਏ ਕੈਟਾਗਰੀ ਦੇ ਅਗਰ ਗੱਲ ਕਰੀਏ, ਜੈਪਾਲ ਏ ਕੈਟਾਗਰੀ ਦੇ ਵਿੱਚ ਸੀਗਾ, ਕਿੰਨੇ 31 ਦੇ ਕਰੀਬ ਸੀਗੇ ਏ ਕੈਟਾਗਰੀ ਦੇ। ਹੁਣ ਕਿੰਨੇ ਗੈਂਗਸਟਰ ਰਹਿ ਗਏ? ਕਿਉਂਕਿ ਓਕੂ ਜਿਹੜਾ ਹੈਗਾ ਲਗਾਤਾਰ ਇਸ ਤੇ ਗੈਂਗਸਟਰ ਦੇ ਉੱਪਰ ਕੰਮ ਕਰ ਰਿਹਾ ਸੀਗਾ। ਤਕਰੀਬਨ ਸਾਡੇ ਕੋਲ ਏ ਕੈਟਾਗਰੀ ਦਾ ਇਸ ਵੇਲੇ ਕੋਈ ਵੀ ਗੈਂਗਸਟਰ ਜਿਹੜਾ ਹੈਗਾ ਇੱਥੇ ਪੰਜਾਬ ਦੇ ਵਿੱਚ ਨਹੀਂ ਹੈਗਾ। ਜੋ ਵੀ ਹੈਗੇ ਨੇ ਦੋ ਜਿਹੜੇ ਗੈਂਗਸਟਰ ਨੇ, ਉਹ ਸਾਡੀ ਇਨਫੋਰਮੇਸ਼ਨ ਮੁਤਾਬਕ ਬਾਹਰ ਨੇ, ਰਿੰਦਾ ਵਗੈਰਾ। ਹਾਂਜੀ, ਬਾਕੀ ਜਿਹੜੇ ਹੈਗੇ ਨੇ ਕੋਈ ਹੈਰੀ ਚੱਠਾ ਇੱਕ ਇਹ ਹੈ। ਸੋ ਇਹੀ ਸਾਡੇ ਮੇਨ 2 ਵਾਂਟਡ ਰਹਿ ਗਏ ਨੇ, ਜਿਹੜੇ ਕਿ ਅਸੀਂ ਸਸਪੈਕਟ ਕਰਦੇ ਹਾਂ ਕਿ ਉਹ ਕੰਟਰੀ ਤੋਂ ਬਾਹਰ ਨੇ। ਸਰ ਇਹ ਜੈਪਾਲ ਜਿਹੜਾ ਹੈਗਾ ਇੱਕ ਵਾਰੀ ਫੜਿਆ ਵੀ ਗਿਆ ਸੀਗਾ, ਇਹ ਕੀ ਫਰਾਰ ਸੀਗਾ ਕਿ ਜਾਂ ਇਹਨੇ ਬੇਲ ਜੰਪ ਕਰੀ ਸੀ? ਕਿਉਂਕਿ ਇੱਕ ਵਾਰੀ ਇਹ ਫੜਿਆ ਵੀ ਗਿਆ ਸੀਗਾ ਪੰਜਾਬ ਪੁਲਿਸ ਵੱਲੋਂ ਜੀ। ਇੱਕ ਵਾਰੀ ਨਹੀਂ, ਇਹ ਅਰੈਸਟ ਹੋਇਆ, ਜੇਲ੍ਹ ਦੇ ਵਿੱਚ ਰਿਹਾ ਕਾਫੀ ਸਮਾਂ, ਜੇਲ੍ਹ ਕੱਟੀ ਇਹਨੇ। ਪਰ ਇਹਨੇ ਜਿਹੜਾ ਉਸ ਤੋਂ ਬਾਅਦ ਜਿਹੜਾ ਹੈਗਾ ਬੇਲ ਜੰਪ ਕਰਕੇ, ਬਾਕੀ ਦੇ ਕ੍ਰਾਈਮ ਜਿਹੜੇ ਨੇ ਉਹ ਬੇਲ ਜੰਪ ਕਰਨ ਤੋਂ ਬਾਅਦ ਕੀਤੇ ਨੇ, ਇਨਕਲੂਡਿੰਗ ਰੌਕੀ ਦਾ ਮਰਡਰ, ਤੇ ਜਿਹੜਾ ਲੁਧਿਆਣੇ ਵਾਲੀ 33 ਕਿਲੋ ਸੋਨੇ ਦੀ ਤੇ ਬਨੂੜ ਦੀ ਜਿਹੜੀ 1.3 ਕਰੋੜ ਦੀ ਜਿਹੜੀ ਕੈਸ਼ ਵੈਨ ਜਿਹੜੀ ਲੁੱਟੀ ਹੈ, 45 ਲੱਖ ਦਾ ਰੋਪੜ ਦੇ ਵਿੱਚ ATM ਵੈਨ ਲੁੱਟੀ ਹੈ। ਸੋ ਇਹ ਮਤਲਬ ਇਸ ਤਰ੍ਹਾਂ ਦੀਆਂ ਚੋਰੀਆਂ ਜਿਹੜੀਆਂ ਹੈਗੀਆਂ ਨੇ, ਇਹ ਕਈ ਕੇਸਿਸ ਨੇ ਇਸ ਤਰ੍ਹਾਂ ਦੇ, ਜਿਹੜੇ ਇਹਨਾਂ ਦੇ ਕੁਝ ਮਰਡਰ ਦੇ ਪਹਿਲਾਂ ਟਰਾਇਲ ਸੀਗੇ, ਉਹਨਾਂ ਦੇ ਵਿੱਚ ਵੀ ਇਨਵੋਲਡ ਹੈ, ਕਿਡਨੈਪਿੰਗਸ ਵੀ ਇਨਵੋਲਡ ਹੈ। ਸੋ ਇਸ ਟਾਈਪ ਦੇ ਇਹਦੇ ਕ੍ਰਾਈਮ ਹਲੇ ਪੈਂਡਿੰਗ ਚੱਲ ਰਹੇ ਸੀਗੇ। ਇਹਦੇ 'ਚ ਨਸ਼ਾ ਤਸਕਰੀ ਦੇ ਵਿੱਚ ਵੀ ਇਹ ਮਾਹਿਰ ਸੀਗਾ ਜੀ? ਨਸ਼ਾ ਤਸਕਰੀ ਦੇ ਵਿੱਚ ਵੀ ਇਹਦੇ ਜਿਹੜੇ ਲਿੰਕਸ ਆਏ ਨੇ ਨਸ਼ਾ ਤਸਕਰਸ ਨਾਲ, ਇਹਨਾਂ ਦੇ ਜਿਹੜੇ ਇਹਦਾ ਕੁਝ ਸਾਥੀ ਨੇ ਜਿਹੜੇ ਫੜੇ ਗਏ ਨੇ, ਉਹਨਾਂ ਦੇ ਸਭ ਤੋਂ ਕੋਈ ਨਾ ਕੋਈ ਲਿੰਕੇਜਸ ਡਰੱਗਸ ਨਾਲ ਆਏ ਨੇ। ਸ਼ਾਇਦ ਤੁਹਾਨੂੰ ਯਾਦ ਹੋਵੇ ਕਿ ਗੈਵੀ ਨੂੰ ਜਮਸ਼ੇਦਪੁਰ ਤੋਂ ਲਿਆਂਦਾ ਸੀਗਾ, ਉਹ ਓਕੂਟ ਦੀ ਟੀਮ ਹੀ ਲੈ ਕੇ ਆਈ ਸੀਗੀ ਜਮਸ਼ੇਦਪੁਰ ਤੋਂ ਅਰੈਸਟ ਕਰਕੇ। ਉਹ ਜਿਹੜਾ ਗੈਵੀ ਹੈਗਾ ਫਿਰੋਜ਼ਪੁਰ ਦਾ ਹੀ ਹੈ, ਤੇ ਉਹ 11 ਕਿਲੋ ਜਿਹੜਾ ਜਲੰਧਰ ਰੂਰਲ ਦੇ ਵਿੱਚ ਇੱਕ ਕੇਸ ਰਜਿਸਟਰ ਹੋਇਆ ਵਾ ਸੀਗਾ 11 ਕਿਲੋ ਹੈਰੋਇਨ ਦਾ, ਉਹਦੇ ਵਿੱਚ ਵਾਂਟਡ ਚੱਲ ਰਿਹਾ ਸੀਗਾ। ਸੋ ਉਹਦੇ ਜਿਹੜੇ ਲਿੰਕਸ ਨੇ ਉਹ ਪਾਕਿਸਤਾਨ ਸਮਗਲਰਸ ਨਾਲ, ਅਕ੍ਰੋਸ ਦਾ ਬਾਰਡਰ ਸਮਗਲਰਸ ਨਾਲ ਉਹਨਾਂ ਦੇ ਹੈਗੇ ਸੀਗੇ। ਸਰ ਇਹ ਜੈਪਾਲ ਭੁੱਲਰ ਦੇ ਵੀ ਲਿੰਕ ਪਾਏ ਗਏ ਕੋਈ ਕਿਸੇ ਪਾਕਿਸਤਾਨ ਜਾਂ ਕਿਸੇ ਹੋਰ ਕੰਟਰੀ ਦੇ ਵਿੱਚ? ਇਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਜੀ। ਦੇਖੋ ਹਲੇ ਤੱਕ ਜਿਹੜੀ ਸਾਡੀ ਇਨਫੋਰਮੇਸ਼ਨ ਦੇ ਮੁਤਾਬਕ, ਕਿਉਂਕਿ ਉਹਦੇ ਕੋਲੀਗਸ ਨੇ ਜਿਹੜੇ ਫੜੇ ਗਏ ਨੇ, ਨੇੜੀ ਦੇ ਬੰਦੇ ਨੇ, ਉਹਨਾਂ ਦੇ ਤਾਂ ਲਿੰਕਸ ਆਏ ਨੇ। ਸੋ ਹੁਣ ਕਿਉਂਕਿ ਇਹ ਜਿਹੜੇ ਸਵਾਲ ਨੇ ਅਸੀਂ ਜੈਪਾਲ ਨੂੰ ਕਰਨੇ ਸੀਗੇ, ਅਨਫੋਰਚੂਨੇਟਲੀ ਹੁਣ ਅਸੀਂ ਕਈ ਨਹੀਂ ਕਰ ਪਾਵਾਂਗੇ। ਕਈ ਸਾਨੂੰ ਉੱਥੇ ਜੋ ਇਨਫੋਰਮੇਸ਼ਨ ਸਾਡੇ ਕੋਲ ਕਲੂਜ਼ ਮਿਲਣਗੇ ਉਹਨਾਂ ਦੇ ਮੁਤਾਬਕ ਕਰਾਂਗੇ, ਪਰ ਅਸੀਂ ਪੋਸੀਬਿਲਿਟੀ ਰੂਲ ਆਊਟ ਨਹੀਂ ਕਰਦੇ ਵੀ ਉਹਦੇ ਡਾਇਰੈਕਟ ਲਿੰਕਸ ਵੀ ਹੋਣਗੇ।
ਸਰ ਇੱਕ ਸਵਾਲ ਜਿਹੜਾ ਉੱਠ ਰਿਹਾ, ਕੋਈ ਹਰ ਇੱਕ ਜਾਣਨਾ ਚਾਹੁੰਦਾ ਹੈ, ਕਿਉਂਕਿ ਪੁਲਿਸ ਦੇ ਉੱਪਰ ਇਹ ਸਵਾਲ ਉੱਠ ਰਿਹਾ ਕਿ ਜੈਪਾਲ ਭੁੱਲਰ ਦਾ ਐਨਕਾਊਂਟਰ ਕੀਤਾ ਗਿਆ, ਉਹਨੂੰ ਪਕੜਿਆ ਨਹੀਂ ਗਿਆ, ਕਿਉਂਕਿ ਅੱਜ ਵੀ ਉਹਦੀ ਜਿਹੜੀ ਮਾਂ ਵੱਲੋਂ ਜਿਹੜੇ ਕਿ ਪੁਲਿਸ ਦੇ ਉੱਪਰ ਸਵਾਲ ਕੀਤੇ ਗਏ ਕਿ ਜੈਪਾਲ ਭੁੱਲਰ ਨੂੰ ਫਕੜ ਲੈਂਦੀ ਪੁਲਿਸ, ਵੀ ਉਹਨੂੰ ਐਨਕਾਊਂਟਰ ਨਾ ਕਰਦੀ। ਤੁਸੀਂ ਥੋੜ੍ਹਾ ਦੱਸੋਗੇ ਕਿ ਕੀ ਹੋਇਆ ਸੀਗਾ, ਇਹ ਐਨਕਾਊਂਟਰ ਕਿਉਂ ਕਰਨਾ ਪਿਆ ਪੁਲਿਸ ਨੂੰ? ਮੈਂ ਪਹਿਲਾਂ ਵੀ ਤੁਹਾਨੂੰ ਹਮੇਸ਼ਾ ਹੀ ਅਸੀਂ ਜ਼ਿਕਰ ਕਰਦੇ ਹਾਂ ਕਿ ਵੀ ਪੁਲਿਸ ਦਾ ਜਾਂ ਸਾਡਾ ਜਾਂ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ਦਾ ਜਾਂ ਪੰਜਾਬ ਪੁਲਿਸ ਦੀ ਕੋਈ ਇਹ ਪਾਲਿਸੀ ਨਹੀਂ ਹੈਗੀ ਕਿ ਵੀ ਜਿੱਥੇ ਕ੍ਰਿਮੀਨਲ ਮਿਲਦਾ ਹੈ ਤੇ ਵੀ ਅਸੀਂ ਉਹਨੂੰ ਮਾਰਨਾ ਹੈ ਜਾਂ ਕੋਈ ਕਰਨਾ ਹੈ। ਇਸ ਟਾਈਪ ਦੀ ਨਾ ਸਾਡੇ ਕੋਈ ਇੰਸਟਰਕਸ਼ਨਸ ਨੇ, ਨਾ ਸਾਡੀ ਪਾਲਿਸੀ ਹੈ। ਸੋ ਜਿੱਥੇ ਵੀ ਕੋਈ ਕ੍ਰਿਮੀਨਲ ਨੂੰ ਅਸੀਂ ਅਰੈਸਟ ਕਰਨਾ ਹੈ, ਅਸੀਂ ਪਹਿਲਾਂ ਉਹਨੂੰ ਮੌਕਾ ਦਿੰਦੇ ਹਾਂ, ਅਰੈਸਟ ਕਰਦੇ ਹਾਂ। ਇਨਫੈਕਟ ਹੁਣ ਤੁਸੀਂ ਇਹ ਦੇਖੋ ਵੀ ਆਹ ਜਿਹੜੇ ਦੋ ਇਹਦੇ ਦੇ ਸੇਮ ਕ੍ਰਾਈਮ ਦੇ ਵਿੱਚ 2 ਬੰਦੇ ਅਸੀਂ ਅਰੈਸਟ ਕੀਤੇ ਨੇ। ਜਿਹੜਾ ਦਰਸ਼ਨ ਤੇ ਬੱਬੀ, ਉਹਨਾਂ ਨੇ ਵੀ ਤਾਂ ਸਾਡੇ 2 ਥਾਣੇਦਾਰ ਮਾਰੇ ਸੀ। ਸਾਡਾ ਜੇ ਅਸੀਂ ਇਸ ਮਕਸਦ ਨਾਲ ਕਹੀਏ ਕਿ ਜੀ ਅਸੀਂ ਕੋਈ ਕ੍ਰਿਮੀਨਲ ਨੂੰ ਮਾਰਨਾ ਸਾਡਾ ਪਹਿਲਾ ਪ੍ਰਾਇਰਟੀ ਹੈ, ਤਾਂ ਫਿਰ ਅਸੀਂ ਉਹਨਾਂ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਸੀਗੇ। ਸੋ ਇਹੋ ਜਿਹੀ ਕੋਈ ਗੱਲ ਨਹੀਂ ਹੈ। ਪਰ ਜਿਹੜੇ ਬੰਦੇ ਇਹ ਗੱਲ ਕਹਿੰਦੇ ਨੇ ਕਿ ਇਹਨਾਂ ਨੂੰ ਜੀ ਅਰੈਸਟ ਕਰ ਲੈਣਾ ਚਾਹੀਦਾ ਸੀਗਾ, ਇਹਨਾਂ ਨੂੰ ਕਾਨੂੰਨ ਦੇ ਸਾਹਮਣੇ ਲੈ ਕੇ ਆਉਣਾ ਸੀਗਾ, ਮੈਂ ਉਹਨਾਂ ਨੂੰ ਵੀ ਰਿਕੁਐਸਟ ਇਹੀ ਕਰਦਾ ਕਿ ਜੇ ਤੁਹਾਨੂੰ ਇੰਨਾ ਜਦੋਂ ਮਰ ਜਾਂਦੇ ਨੇ ਉਦੋਂ ਤਾਂ ਤੁਹਾਨੂੰ ਕਾਨੂੰਨ ਤੇ ਭਰੋਸਾ ਆਉਣ ਲੱਗ ਜਾਂਦਾ, ਤੇ ਜਦੋਂ ਪਹਿਲਾਂ ਭੱਜੇ ਹੋਏ ਨੇ ਉਦੋਂ ਤੁਸੀਂ ਕੋਈ ਵੀ ਨਹੀਂ ਇਸ ਗੱਲ ਨੂੰ ਕਹਿੰਦਾ ਵੀ ਭਾਈ ਤੁਸੀਂ ਸਰੈਂਡਰ ਕਰ ਲਓ। ਅਸੀਂ ਜੈਪਾਲ ਦੇ ਫਾਦਰ ਨਾਲ ਇੱਕ ਵਾਰੀ ਨਹੀਂ ਕਈ ਵਾਰੀ ਕੰਟੈਕਟ ਕੀਤਾ, ਈਵਨ ਸੋ ਮਚ ਸੋ ਬੜੇ ਸੀਨੀਅਰ ਲੈਵਲ ਦੇ ਆਫਸਰਸ ਨੇ ਕੰਟੈਕਟ ਕੀਤਾ, ਉਹਨਾਂ ਨੂੰ ਮਿਲਵਾਇਆ ਵੀ ਸੀਨੀਅਰ ਆਫਸਰਸ ਨਾਲ ਕਿ ਵੀ ਤੁਸੀਂ ਉਹਨੂੰ ਆਪਣੇ ਬੇਟੇ ਨੂੰ ਕਹੋ ਵੀ ਉਹ ਸੁਧਰ ਜੇ। ਮੈਂ ਇਨਫੈਕਟ ਮੈਂ ਹੁਣ ਵੀ ਤੁਹਾਨੂੰ ਕਿਉਂਕਿ ਤੁਹਾਡੇ ਚੈਨਲ ਲਈ ਵੀ ਅਪੀਲ ਕਰਦਾ, ਜਿਹੜੇ ਸਾਡੇ 2-4 ਵਾਂਟਡ ਹੈਗੇ ਨੇ ਕ੍ਰਿਮੀਨਲ ਨੇ, ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਵੀ ਉਹ ਆ ਕੇ ਸਰੈਂਡਰ ਕਰਨ। ਤੁਹਾਨੂੰ ਲਾਅ ਜੇ ਤੁਹਾਨੂੰ ਕਾਨੂੰਨ ਤੇ ਭਰੋਸਾ ਤਾਂ ਫਿਰ ਤੁਸੀਂ ਸਰੈਂਡਰ ਕਰ ਦਿਓ। ਹੁਣ ਇੱਕ ਦੋਨੇ ਗੱਲਾਂ ਤਾਂ ਨਹੀਂ ਹੋ ਸਕਦੀਆਂ ਕਿ ਵੀ ਤੁਸੀਂ ਇਹ ਗੱਲ ਕਹੋ ਕਿ ਜੀ ਇੱਕ ਪਾਸੇ ਤਾਂ ਸਾਨੂੰ ਕਾਨੂੰਨ ਤੇ ਉਹਨਾਂ ਚਿਰ ਤਾਂ ਸਾਨੂੰ ਭਰੋਸਾ ਨਹੀਂ ਹੈ, ਪਰ ਜਦੋਂ ਮਰ ਜਾਂਦੇ ਨੇ ਤਾਂ ਉਦੋਂ ਸਾਨੂੰ ਕਾਨੂੰਨ ਤੇ ਭਰੋਸਾ ਹੋ ਜਾਣ ਲੱਗ ਜਾਂਦਾ ਕਿ ਜੀ ਹੁਣ ਉਹਨਾਂ ਦਾ ਕਾਨੂੰਨ ਹੋਣਾ ਚਾਹੀਦਾ। ਇਸ ਕੇਸ ਦੇ ਵਿੱਚ ਵੀ ਸਪੈਸੀਫਿਕਲੀ ਆਈ ਐਮ ਸ਼ੋਰ ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਹੈ, STF ਨੇ ਉਹਨਾਂ ਨੂੰ ਓਪਰਚੁਨਿਟੀ ਦਿੱਤੀ, ਸਰੈਂਡਰ ਕਰਨ ਦਾ ਮੌਕਾ ਵੀ ਦਿੱਤਾ ਉਹਨਾਂ ਨੂੰ। ਹੁਣ ਇਹ ਤਾਂ ਮੌਕੇ ਦੇ ਮੁਤਾਬਕ ਕ੍ਰਿਮੀਨਲ ਹੈ ਜਿਹੜਾ ਉਹਨੇ ਉਹ ਕਰਨਾ, ਫੈਸਲਾ ਲੈਣਾ। ਉਹਨਾਂ ਦੇ ਪ੍ਰਤੀ ਤੁਹਾਡੀ ਹਮਦਰਦੀ ਹੈ, ਇਹ ਕਹਿ ਰਹੇ ਹੋ ਜਿਹੜੇ ਕਿ ਕ੍ਰਿਮੀਨਲ ਨੇ ਸਾਡੇ ਮੁਲਾਜ਼ਮਾਂ ਦਾ ਨੁਕਸਾਨ ਕੀਤਾ, ਜਿਹੜੇ ਕਿ ਸਮਾਜ ਦੇ ਵਿੱਚ ਅਦਰਵਾਈਜ਼ ਪਹਿਲਾਂ ਮਰਡਰ ਕੀਤੇ ਨੇ ਤੇ ਡਕੈਤੀਆਂ ਕੀਤੀਆਂ ਨੇ, ਉਹਨਾਂ ਪ੍ਰਤੀ ਤਾਂ ਸਿੰਪਥੀ ਹੋ ਗਈ। ਪਰ ਜਿਹੜੇ ਸਾਡੇ 2 ਮੁਲਾਜ਼ਮ ਮਰੇ ਸੀਗੇ ਉਹਨਾਂ ਪ੍ਰਤੀ ਉਦੋਂ ਇਹਨਾਂ ਜਿਹੜੇ ਵਿਚਾਰ ਨੇ ਜਿਹੜੇ ਇਹਨਾਂ ਦੇ ਇਹੋ ਜਿਹੇ ਸ਼ਖਸਾਂ ਦੇ, ਉਦੋਂ ਉਹ ਵਿਚਾਰ ਇਹਨਾਂ ਦੇ ਕਿੱਥੇ ਸੀਗੇ? ਉਦੋਂ ਉਹਨਾਂ ਦੇ ਪ੍ਰਤੀ ਹਮਦਰਦੀ ਕਿਉਂ ਨਹੀਂ ਜਤਾਈ? ਉਹਨਾਂ ਦਾ ਕੋਈ ਕਸੂਰ ਨਹੀਂ ਸੀ, ਉਹ ਵੀ ਕਿਸੇ ਮਾਂ ਦੇ ਪੁੱਤ ਨਹੀਂ ਸੀ। ਪੁਲਿਸ ਤੇ ਡਿਊਟੀ ਕਰਦੇ ਹੋਏ ਆਪਣੀ ਜਾਨ ਕੁਰਬਾਨ ਕੀਤੀ, ਕਿਹਦੇ ਵਾਸਤੇ ਕੀਤੀ? ਪਬਲਿਕ ਵਾਸਤੇ ਕੀਤੀ। ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਕਿ ਵੀ ਇੱਥੇ ਦੇ ਡਰੱਗਸ ਦਾ ਕੰਮ ਕਰਦੇ ਨੇ, ਕੋਈ ਸ਼ੱਕੀ ਹਾਲਤ ਹੈ, ਕਿਸੇ ਨੇ ਪਬਲਿਕ ਦੇ ਵਿੱਚੋਂ ਕਿਸੇ ਨੇ ਹੋ ਸਕਦਾ ਇਨਫੋਰਮ ਕੀਤਾ ਹੋਵੇ ਕਿਉਂਕਿ ਉਹ ਸ਼ੱਕੀ ਹਾਲਤ ਦੇ ਵਿੱਚ ਗੱਡੀ ਖੜੀ ਸੀ। ਸੋ ਸਾਡੀ ਕਦੇ ਵੀ ਕਿਸੇ ਨਾਲ ਵੀ ਇਸ ਤਰ੍ਹਾਂ ਦਾ ਕੋਈ ਅਪਰੋਚ ਨਹੀਂ ਹੈਗੀ ਹੈ ਤੇ ਨਾ ਹੀ ਸਾਨੂੰ ਕੋਈ ਇੰਸਟਰਕਸ਼ਨ ਹੈ ਇਹ ਜੀ ਕੋਈ ਕਰਨਾ। ਅਸੀਂ ਹਮੇਸ਼ਾ ਕਿੰਨੇ ਕ੍ਰਿਮੀਨਲਸ ਅਰੈਸਟ ਕੀਤੇ ਨੇ, ਜੇ ਜੇਲ੍ਹ ਬ੍ਰੇਕ ਵਾਲੇ ਕਿੰਨੇ ਬੰਦੇ ਅਰੈਸਟ ਕੀਤੇ ਨੇ ਅਸੀਂ, ਜਿਹੜੇ ਜੇਲ੍ਹ ਬ੍ਰੇਕ ਦੇ ਮਤਲਬ ਜਿਹੜੇ ਕਰਾਉਣ ਵਾਲੇ ਸੀ ਉਹ ਵੀ ਅਰੈਸਟ ਕੀਤੇ ਨੇ। ਉਸ ਤੋਂ ਬਾਅਦ ਜਿਹੜੇ ਕਈ ਡੈਸਪਰੇਟ ਕ੍ਰਿਮੀਨਲ ਜਿਹੜੇ ਅਰੈਸਟ ਕੀਤੇ ਨੇ, ਕੋਈ ਇਸ ਟਾਈਪ ਦੇ ਕਿਤੇ ਵੀ ਨਹੀਂ ਹੋਇਆ ਐਕਸੈਪਟ ਫॉर ਉਹ ਜਿਹੜੇ ਕੇਸ ਨੇ ਜਿੱਥੇ ਪੁਲਿਸ ਦੇ ਉੱਤੇ ਫਾਇਰਿੰਗ ਹੋਊਗੀ। ਜਦੋਂ ਅਸੀਂ ਮੌਕਾ ਦਿੰਨੇ ਆ ਤਾਂ ਪੁਲਿਸ ਦੇ ਕੋਲੇ ਜਿਹੜੇ ਵੈਪਨ ਨੇ ਜਾਂ ਅਖਤਿਆਰ ਨੇ, ਫਿਰ ਉਹ ਅਸੀਂ ਉਹਨਾਂ ਤੇ ਆਪਣੀ ਬਚਾਅ ਵਾਸਤੇ ਤਾਂ ਉਹ ਵਰਤਣੀ ਹੈ, ਅਸੀਂ ਇਸਤੇਮਾਲ ਕਰਾਂਗੇ ਕਿਉਂਕਿ ਇਸੇ ਵਾਸਤੇ ਅਸੀਂ ਡਿਊਟੀ ਕਰ ਰਹੇ ਹਾਂ। ਠੀਕ ਹੈ ਨਾ? ਜੇ ਹੁਣ ਉਸ ਟਾਈਮ ਦੇ ਉੱਤੇ ਵੀ ਜਦੋਂ ASI ਸੀਗੇ, ਜੇ ਬਾਈ ਚਾਂਸ ਉਹਨਾਂ ਨੂੰ ਮੌਕਾ ਮਿਲ ਜਾਂਦਾ, ਜੋ ਉਹਨਾਂ ਨੇ ਵੈਪਨ ਕੱਢ ਲਏ ਸੀ ਜੈਪਾਲ ਨੇ, ਤੇ ਜੇ ਉਹ ਵੈਪਨ ਕੱਢ ਕੇ ਉਹਨਾਂ ਨੂੰ ਮਾਰ ਦਿੰਦੇ ਮੌਕੇ ਤੇ, ਤਾਂ ਪੋਸੀਬਿਲਿਟੀ ਸੀਗੀ ਕਿ ਬਿਕੋਜ਼ ਉਹ ਵੈਪਨ ਉਹਨਾਂ ਨੇ ਕੈਰੀ ਸਰਵਿਸ ਆਪਦੀ ਪ੍ਰੋਟੈਕਸ਼ਨ ਵਾਸਤੇ, ਡਿਊਟੀ ਨੂੰ ਐਨਫੋਰਸ ਕਰਨ ਵਾਸਤੇ ਵੈਪਨ ਪੁਲਿਸ ਪ੍ਰੋਵਾਈਡ ਕਰਦੀ ਹੈ, ਸਰਵਿਸ ਵੈਪਨ, ਅਸੀਂ ਉਹਨੂੰ ਸਰਵਿਸ ਵੈਪਨ ਕਹਿੰਦੇ ਹਾਂ। ਬਿਲਕੁਲ ਸਰ, ਕਿੰਨਾ ਮੁਸ਼ਕਿਲ ਹੁੰਦਾ ਜੇਕਰ ਹੁਣ ਤਰ੍ਹਾਂ ਸਵਾਲ ਉੱਠ ਰਹੇ ਕਿਉਂਕਿ ਕ੍ਰਿਮੀਨਲ ਦੀ ਗੱਲ ਤੁਸੀਂ ਦੱਸੀ ਹੈ ਤੇ ਮੌਕੇ ਦੇ ਉੱਪਰ ਇਸ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਨੇਗੇ, ਕਿੰਨਾ ਮੁਸ਼ਕਿਲ ਹੁੰਦਾ ਜੀ ਇਹ ਜਿਹੜਾ ਆਪਰੇਸ਼ਨ ਨੂੰ ਅੰਜਾਮ ਦੇਣਾ? ਕਿਉਂਕਿ ਤੁਸੀਂ ਪਹਿਲਾਂ ਵੀ ਕਈ ਕਰ ਚੁੱਕੇ, ਮੈਂ ਦੇਖਿਆ ਜ਼ੀਰਕਪੁਰ ਦੇ ਵਿੱਚ ਵੀ ਮੈਂ ਤੁਹਾਨੂੰ ਦੇਖਿਆ, ਵਿੱਕੀ ਗੌਂਡਰ ਵਾਲੇ ਮਾਮਲੇ 'ਚ ਵੀ ਦੇਖਿਆ, ਕਿੰਨਾ ਮੁਸ਼ਕਿਲ ਸਾਨੂੰ ਹੁੰਦਾ ਇਹ ਉਸ ਟਾਈਮ ਜੀ? ਇਹ ਹਮੇਸ਼ਾ ਹੀ ਚੈਲੰਜਿੰਗ ਹੈ ਜੀ। ਮੈਂ ਇਹ ਕਹਿਣਾ ਕਿ ਕਿਸੇ ਦੀ ਜਾਨ ਲੈਣਾ ਕਿਸੇ ਵੀ ਸਿਚੁਏਸ਼ਨ ਦੇ ਵਿੱਚ, ਕਿਸੇ ਨੂੰ ਵੀ ਇਹਦੇ ਵਿੱਚ ਕੋਈ ਮਤਲਬ ਮੈਂ ਨਹੀਂ ਸਮਝਦਾ ਕਿ ਇਹਦੇ 'ਚ ਕਿਸੇ ਨੂੰ ਕਹੀਏ ਕਿ ਕੋਈ ਬਹੁਤ ਜ਼ਿਆਦਾ ਤੁਹਾਨੂੰ ਇਹ 'ਚ ਖੁਸ਼ੀ ਪ੍ਰਾਪਤ ਹੁੰਦੀ ਹੈ ਵੀ ਕਿਸੇ ਨੂੰ ਬੰਦੇ ਨੂੰ ਮਾਰ ਦਿੱਤਾ ਜਾਂ ਕ੍ਰਿਮੀਨਲ ਨੂੰ ਮਾਰ ਦਿੱਤਾ। ਬੇਸ਼ੱਕ ਉਹ ਕ੍ਰਿਮੀਨਲ ਹੀ ਹੈ, ਉਹ ਇੱਕ ਪਾਰਟ ਆਫ ਡਿਊਟੀ ਹੈ। ਜੇ ਅਸੀਂ ਹੁਣ ਜ਼ੀਰਕਪੁਰ ਦੇ ਕੇਸ ਦੇ ਵਿੱਚ ਵੀ ਤੁਸੀਂ ਉਦੋਂ ਮੌਕੇ ਤੇ ਵੀ ਸੀ ਉੱਥੇ, ਤੁਸੀਂ ਦੇਖਿਆ ਕਿ ਉਸ ਸ਼ਖਸ ਨੇ ਇੱਕ ਬੱਚੀ ਨੂੰ ਹੌਸਟੇਜ ਬਣਾਇਆ ਹੋਇਆ ਸੀ, ਤਾਂ ਤੁਹਾਡੇ ਕੋਲ ਚੋਇਸ ਹੀ ਨਹੀਂ ਹੈ।
ਵੀ ਜਾਂ ਤਾਂ ਤੁਸੀਂ ਉਹ ਬੱਚੀ ਦੀ ਜਾਨ ਬਚਾਓਗੇ ਜਾਂ ਫਿਰ ਉਹ ਬੱਚੀ ਦੀ 1 ਸੈਕਿੰਡ ਲੱਗਣਾ, ਉਹ ਬੱਚੀ ਦੀ ਜਾਨ ਚਲੀ ਜਾਊਗੀ। ਸੋ ਸਪਲਿਟ ਸੈਕਿੰਡ ਦੇ ਵਿੱਚ ਇੱਕ ਡਿਸੀਜਨ ਲੈਣਾ ਹੈ। ਮੌਕੇ ਤੇ ਜੋ ਆਫੀਸਰ ਹੈ ਇਨਵੋਲਵਡ ਹੈ, ਜਿਹੜਾ ਆਪਰੇਸ਼ਨ ਦੇ ਵਿੱਚ ਕਰ ਰਿਹਾ ਜਾਂ ਉਹਨੂੰ ਲੀਡ ਕਰ ਰਿਹਾ, ਉਹ ਤੁਹਾਡੇ ਕੋਲੇ ਚਾਂਸ ਹੀ ਨਹੀਂ ਹੈ ਵੀ ਤੁਹਾਡੇ ਕੋਲੇ ਕੀ ਕਰਨਾ ਹੈ। ਸੋ ਇਹ ਸਿਚੁਏਸ਼ਨ ਜਿਹੜੀਆਂ ਹੁੰਦੀਆਂ ਨੇ ਬੜੀਆਂ ਡਾਇਨਾਮਿਕ ਹੁੰਦੀਆਂ ਨੇ, ਮੌਕੇ ਸਮੇਂ-ਸਮੇਂ ਦੀਆਂ, ਨਾ ਦੋ ਸਿਚੁਏਸ਼ਨ ਕਦੇ ਬਰਾਬਰ ਨਹੀਂ ਹੁੰਦੀਆਂ। ਸੋ ਹਰ ਸਿਚੁਏਸ਼ਨ ਡਿਫਰੈਂਟ ਹੋਊਗੀ, ਹਰ ਹਾਲਾਤ ਡਿਫਰੈਂਟ ਹੋਊਗਾ। ਹਾਲਾਤ ਦੇ ਵਿੱਚ ਪਰ ਅਸੀਂ ਇਹ ਕਹਿੰਦੇ ਆ, ਮੈਂ ਹੁਣ ਇਹ ਅਪੀਲ ਕਰਦਾ ਕਿ ਜਿਹੜੇ ਕ੍ਰਿਮੀਨਲ ਹੈਗੇ ਨੇ ਉਹਨਾਂ ਨੂੰ ਆਪਣਾ, ਜਿਹੜੇ ਵਾਂਟਡ ਚੱਲ ਰਹੇ ਨੇ ਜਾਂ ਭੱਜੇ ਹੋਏ ਨੇ, ਹੁਣ ਵੀ ਕਈ ਹੈਗੇ ਨੇ ਜਿਹੜੇ ਸਾਨੂੰ ਹਾਲੇ ਹੋਰ ਚਾਹੀਦੇ ਨੇ, ਤੇ ਜੇ ਉਹ ਪੁਲਿਸ ਨੂੰ ਫਾਇਰ ਕਰਨਗੇ ਤਾਂ ਫਿਰ ਪੁਲਿਸ ਤੁਹਾਨੂੰ ਕਿਉਂ ਨਾ ਫਾਇਰ ਕਰੇ ਆਪਣੇ ਸੈਲਫ ਡਿਫੈਂਸ ਦੇ ਵਿੱਚ, ਆਪਣੀ ਜਾਨ ਬਚਾਉਣ ਨੂੰ। ਇੱਕ ਆਮ ਨਾਗਰਿਕ ਨੂੰ ਕਨਸਟੀਟਿਊਸ਼ਨ ਨੇ ਪ੍ਰੋਟੈਕਸ਼ਨ ਦਿੱਤੀ ਹੋਈ ਹੈ ਕਿ ਜੇ ਉਹ ਤੁਸੀਂ, ਤੁਹਾਡੀ ਕੋਈ ਜਾਨ ਤੇ ਮਾਲ ਤੇ ਹਮਲਾ ਕਰ ਰਿਹਾ ਹੈ ਤਾਂ ਤੁਹਾਡੇ ਕੋਲ ਅਧਿਕਾਰ ਹੈ ਵੀ ਤੁਸੀਂ ਆਪਣੀ ਜਾਨ ਤੇ ਮਾਲ ਨੂੰ ਪ੍ਰੋਟੈਕਟ ਕਰਦੇ ਹੋਏ, ਜੇ ਤੁਹਾਡੀ ਜਾਨ ਤੇ ਖਤਰਾ ਹੈ ਤਾਂ ਤੁਸੀਂ ਰਿਟੈਲੀਏਟਰੀ ਕਰ ਸਕਦੇ ਹੋ, ਕਾਰਵਾਈ ਕਰ ਸਕਦੇ ਹੋ, ਪ੍ਰੋਟੈਕਸ਼ਨ ਹੈ। ਇਸ ਮਾਮਲੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਸੀ, ਕਿਉਂਕਿ ਇਹ ਦੇਖਿਆ ਜਿਹੜਾ ਇਲਾਕਾ ਹੈਗਾ ਕਾਫੀ ਰੈਜ਼ੀਡੈਂਸ ਏਰੀਆ ਹੈਗਾ, ਇਹ ਵੀ ਕਾਫੀ ਉੱਪਰ ਰਹਿ ਰਹੇ ਸੀਗੇ, ਕਿੰਨਾ ਮੁਸ਼ਕਲ ਸੀਗਾ ਇਹ ਆਪਰੇਸ਼ਨ ਕਰਨਾ, ਕਿਉਂਕਿ ਰੈਜ਼ੀਡੈਂਸ ਖਾਸ ਕਰਕੇ ਕਿ ਆਪਾਂ ਜਿਹੜੇ ਆਸ ਪੜੋਸ ਦੇ ਲੋਕ ਹੈ ਉਹਨਾਂ ਨੂੰ ਵੀ ਸੇਫ ਰੱਖਣਾ ਹੈ ਤੇ ਉਹ ਕਰਨਾ ਹੈ। ਦੇਖੋ, ਮੈਂ ਉੱਥੇ ਮੌਕੇ ਤੇ ਨਹੀਂ ਸੀਗਾ, ਇਸ ਕਰਕੇ ਆਈ ਕੈਨੋਟ ਸੇ ਕਿ ਵੀ ਉਹਦੇ, ਪਰ ਹਮੇਸ਼ਾ ਹੀ ਜਿੱਥੇ ਰੈਜ਼ੀਡੈਂਸ਼ੀਅਲ ਬਿਲਡਿੰਗਸ ਹੈ, ਜਿੱਥੇ ਅਪਾਰਟਮੈਂਟਸ ਨੇ, ਜਿੱਥੇ ਹੋਰ ਲੋਕੀ ਨਾਲ ਰਹਿੰਦੇ ਨੇ, ਕੋਈ ਵੀ ਆਪਰੇਸ਼ਨ ਕਰਨਾ ਪੁਲਿਸ ਵਾਸਤੇ ਬਹੁਤ ਵੱਡਾ ਚੈਲੰਜ ਹੁੰਦਾ ਹੈ, ਕਿਉਂਕਿ ਉਹਦੇ 'ਚ ਕੋਲੇਟਰਲ ਡੈਮੇਜ ਹੋਣ ਦਾ, ਹੋਰ ਹੋਣ ਦਾ ਬਹੁਤ ਵੱਡਾ ਖਦਸ਼ਾ ਰਹਿੰਦਾ। ਸਰ ਲਾਸਟ ਕੁਐਸਚਨ, ਹੁਣ ਭਾਰਤ ਜਿਹੜਾ ਹੈਗਾ 7 ਦਿਨ ਦੇ ਰਿਮਾਂਡ ਤੇ ਕੀ ਉਹ ਤੋਂ ਹਾਸਿਲ ਕਰਨਾ ਹੈਗਾ, ਕਿਉਂਕਿ ਭਾਰਤ ਦੇ ਜਿਹੜੇ ਤੁਸੀਂ 7 ਦਿਨ ਦਾ ਰਿਮਾਂਡ ਲਿਆ ਹੈਗਾ, ਅਲੱਗ-ਅਲੱਗ ਸਟੇਟ ਦੇ ਵਿੱਚ ਲਿਜਾ ਕੇ ਜ਼ਿਆਦਾ ਉਹਦੇ ਉੱਪਰ ਚੀਜ਼ ਕਰਨੀ ਹੈ। ਭਰਤ ਕੁਮਾਰ ਇੱਕ ਇੰਪੋਰਟੈਂਟ ਕੜੀ ਹੈ। ਇਹ ਲਾਸਟ ਇਹ ਬੰਦਾ ਹੈਗਾ ਜਿਹੜਾ ਉਹਨਾਂ ਨੂੰ ਉੱਥੇ ਛੱਡ ਕੇ, ਉੱਥੇ ਉਹਨਾਂ ਨੂੰ ਮਿਲ ਕੇ ਤੇ ਜੈਪਾਲ ਤੇ ਉਹਨੂੰ ਜੱਸੀ ਨੂੰ ਉੱਥੇ ਛੱਡ ਕੇ ਆਇਆ, ਤੇ ਇਹੀ ਉਹਨਾਂ ਨਾਲ ਇਨ ਟੱਚ ਸੀਗਾ। ਸੋ ਸਾਡੀ ਕੋਸ਼ਿਸ਼ ਇਹੀ ਹੈ ਕਿ ਵੀ ਜਿੰਨੀ ਵੱਧ ਤੋਂ ਵੱਧ ਸਾਨੂੰ ਇਹਦੇ ਤੋਂ ਜਾਣਕਾਰੀ ਮਿਲ ਸਕੇ ਜਾਂ ਕਲੂਜ਼ ਮਿਲ ਸਕਣ ਕਿ ਵੀ ਉਹਨਾਂ ਦਾ ਨੈਕਸਟ ਪਲੈਨਿੰਗ ਕੀ ਸੀ ਜਾਂ ਕੀ ਉਹਨਾਂ ਦਾ ਮਕਸਦ ਸੀਗਾ, ਉੱਥੇ ਜਾਣ ਦਾ ਕੀ ਮਕਸਦ ਸੀਗਾ। ਸੋ ਅਸੀਂ ਹਰ ਸੰਭਵ ਕੋਸ਼ਿਸ਼ ਕਰਾਂਗੇ ਕਿ ਉਹਦੇ ਬਾਰੇ ਜਾਣਕਾਰੀ ਇਕੱਤਰਿਤ ਕਰੀਏ ਤੇ ਅੱਗੇ ਤਫਤੀਸ਼ ਨੂੰ ਲੈ ਕੇ ਜਾਈਏ। ਬਿਲਕੁਲ ਜੀ, ਇਹ ਸਨ AIG ਗੁਰਮੀਤ ਚੌਹਾਨ ਜੀ, ਜਿਨ੍ਹਾਂ ਨੇ ਪੂਰੇ ਆਪਰੇਸ਼ਨ ਜੈਕ ਬਾਰੇ ਜਾਣਕਾਰੀ ਦਿੱਤੀ ਹੈ। ਨਾਲ ਇਹ ਵੀ ਅਪੀਲ ਕੀਤੀ ਹੈ ਕਿ ਜਿਹੜੇ ਅਜਿਹੇ ਕ੍ਰਾਈਮ ਦੇ ਵਿੱਚ ਇਨਵੋਲਵ ਨੇ ਉਹਨਾਂ ਨੂੰ ਇਹ ਅਪੀਲ ਕੀਤੀ ਹੈ ਕਿ ਆ ਕੇ ਪੁਲਿਸ ਨੂੰ ਜਿਹੜਾ ਸਰੈਂਡਰ ਕਰ ਦੇਣ। ਕੈਮਰਾਮੈਨ ਸ਼ੇਰ ਸਿੰਘ ਦੇ ਨਾਲ ਦਲਜੀਤ ਸਿੰਘ, PTC ਨਿਊਜ਼, ਚੰਡੀਗੜ੍ਹ।